ਹਾਈ ਕੋਰਟ ਦਾ ਇਹ ਮੰਨਣਾ ਸੀਗਾ ਕਿ ਜਿਹੜਾ ਪ੍ਰੋਟੈਸਟ ਹੈ ਇਹ ਬਿਲਕੁਲ ਬੇਬੁਨਿਆਦ ਹੈ। ਇਲੀਗਲ ਐਲੀਮੈਂਟਸ ਇਨਵੋਲਵ ਹੋ ਗਏ। ਉਹਨਾਂ ਨੇ ਇਹਨੂੰ ਇੱਕ ਮੁੱਦਾ ਜਿਹਾ ਬਣਾ ਕੇ ਫੈਕਟਰੀ ਨੂੰ ਰੋਕਿਆ ਕੰਮ ਕਰਨ ਨੂੰ, ਤੇ ਫੈਕਟਰੀ ਵਾਲਿਆਂ ਨੇ ਵੀ ਫਿਰ ਦੁਬਾਰਾ ਵੋਲੰਟੀਅਰ ਕੀਤਾ ਕਿ ਸਾਨੂੰ ਕਿਸੇ ਚੀਜ਼ ਦੀ ਕੋਈ ਡਰ ਨਹੀਂ ਹੈਗਾ, ਵੀ ਆਰ ਨਾਟ ਕ੍ਰੀਏਟਿੰਗ ਐਨੀ ਕਾਈਂਡ ਆਫ ਪੋਲਿਊਸ਼ਨ। ਅਗਰ ਕੋਰਟ ਇੱਕ ਹੋਰ ਕਮੇਟੀ ਵੀ ਬਣਾਏਗੀ, ਆਪਾਂ ਉਹਦੇ ਅੱਗੇ ਵੀ ਜਾਣ ਲਈ ਤਿਆਰ ਹੈਗੇ ਹਾਂ ਕਿ ਕੋਈ ਪੋਲਿਊਸ਼ਨ ਜਿਹੜੀ ਹੈ ਫੈਕਟਰੀ ਨਹੀਂ ਕਰ ਰਹੀ। ਸੋ ਕੋਰਟ ਨੇ ਅੱਜ ਜਿਹੜੇ ਪ੍ਰੋਟੈਸਟਰਸ ਦੇ ਲੀਡਰ ਸੀ ਉਹਨਾਂ ਨੂੰ ਇਹ ਕਿਹਾ ਕਿ ਵੀ ਅਗਰ ਤੁਸੀਂ ਚਾਹੁੰਦੇ ਹੋ ਇਹ ਮਸਲਾ ਅੱਗੇ ਚੱਲੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਲਾਅ ਐਂਡ ਆਰਡਰ ਦੀ ਪਾਲਣਾ ਕਰਨੀ ਪਏਗੀ। ਤੁਹਾਨੂੰ ਜਿਹੜਾ ਤੁਸੀਂ ਇਲੀਗਲ ਪ੍ਰੋਟੈਸਟ ਕਰ ਰਹੇ ਹੋ ਤੁਹਾਨੂੰ ਉੱਥੋਂ ਨਿਕਲਣਾ ਪਏਗਾ। ਜੀਰਾ ਸ਼ਰਾਬ ਦੀ ਫੈਕਟਰੀ ਦੇ ਬਾਹਰ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਧਰਨਾ ਲਾਇਆ ਗਿਆ। ਪੁਲਿਸ ਪ੍ਰਸ਼ਾਸਨ ਨੇ 18 ਦਸੰਬਰ ਨੂੰ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਸੀ। ਇਸ ਧਰਨੇ ਬਾਰੇ ਹਾਈ ਕੋਰਟ ਨੇ ਧਰਨੇ ਨੂੰ ਬੇਬੁਨਿਆਦ ਕਿਹਾ। ਤਾਜ਼ਾ ਅਪਡੇਟ ਅਨੁਸਾਰ ਇਹ ਧਰਨਾ ਲਗਾਤਾਰ ਜਾਰੀ ਹੈ, ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਕੇ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਬਾਕੀ ਇਸ ਧਰਨੇ ਬਾਰੇ ਹਾਈ ਕੋਰਟ ਦਾ ਕੀ ਬਿਆਨ ਆਇਆ ਹੈ, ਇਸ ਐਡਵੋਕੇਟ ਦੇ ਕੋਲੋਂ ਸੁਣੋ। ਦੇਖੋ, ਹਾਈ ਕੋਰਟ ਨੇ ਤਾਂ ਨਿਰਦੇਸ਼ ਜਿਹੜੇ ਹੈਗੇ ਨੇ 2-3 ਓਕੇਜ਼ਨਸ ਤੇ ਆਲਰੇਡੀ ਦੇ ਚੁੱਕੇ ਨੇ ਹਾਈ ਕੋਰਟ। ਐਂਡ ਹਾਈ ਕੋਰਟ ਦਾ ਇਹ ਮੰਨਣਾ ਸੀਗਾ ਕਿ ਜਿਹੜਾ ਪ੍ਰੋਟੈਸਟ ਹੈ ਇਹ ਬਿਲਕੁਲ ਬੇਬੁਨਿਆਦ ਹੈ। ਇਸ ਪ੍ਰੋਟੈਸਟ ਬਾਰੇ ਸ਼ੁਰੂ ਹੋਇਆ ਸੀਗਾ ਕਿ ਬਈ ਜਿਹੜੀ ਫੈਕਟਰੀ ਚੱਲ ਰਹੀ ਹੈ ਐਥਨੋਲ ਪ੍ਰੋਡਿਊਸ ਕਰਦੀ ਹੈ, ਸ਼ਾਇਦ ਉਹ ਕੋਈ ਪੋਲਿਊਸ਼ਨ ਕ੍ਰੀਏਟ ਕਰ ਰਹੇ ਨੇ। ਪਹਿਲਾਂ ਸਟੇਟ ਪੋਲਿਊਸ਼ਨ ਕੰਟਰੋਲ ਬੋਰਡ ਨੇ ਆਪਣੀ ਰਿਪੋਰਟ ਦਿੱਤੀ, ਫਿਰ ਉਹਨਾਂ ਨੇ ਨਹੀਂ ਮੰਨੀ। ਪ੍ਰੋਟੈਸਟਰਸ ਨੇ ਉਹਨਾਂ ਨੇ ਕਿਹਾ ਵੀ NGT ਤੋਂ ਰਿਪੋਰਟ ਚਾਹੀਦੀ ਹੈ। NGT ਨੇ ਰਿਪੋਰਟ ਦਿੱਤੀ ਜਿਹਦੇ 'ਚ 3 ਯੂਨੀਵਰਸਿਟੀਜ਼ ਇਨਵੋਲਵ ਹੋਈਆਂ ਨੇ, 3 ਟੈਸਟਿੰਗ ਲੈਬੋਰੇਟਰੀਜ਼ ਇਨਵੋਲਵ ਹੋਈਆਂ, ਜਿਹਦੇ ਨੇ ਕਿਹਾ ਕਿ ਠੀਕ ਹੈ some kind of pollutions are there but it is not attributable to the factory, but unfortunately illegal elements involve ਹੋ ਗਏ। ਉਹਨਾਂ ਨੇ ਇਹਨੂੰ ਇੱਕ ਮੁੱਦਾ ਜਿਹਾ ਬਣਾ ਕੇ ਫੈਕਟਰੀ ਨੂੰ ਰੋਕਿਆ ਕੰਮ ਕਰਨ ਨੂੰ। ਫੈਕਟਰੀ ਨੂੰ ਐਕਸਪੈਂਸਿਸ ਨੇ, ਵਰਕਰਸ ਨੇ, ਤਨਖਾਹਾਂ ਦੇਣੀਆਂ ਨੇ ਲੋਕਾਂ ਦੀਆਂ, ਐਕਸਾਈਜ਼ ਦੀ ਫੀਸਾਂ ਦੇਣੀਆਂ ਨੇ, ਤੇ ਕੋਰਟ ਨੇ ਸਾਰਾ ਕੁਝ ਕਹਿ ਕੇ ਵੀ ਕਿ ਫੈਕਟਰੀ ਦੀ ਕੋਈ ਗਲਤੀ ਨਹੀਂ ਹੈ, ਇਹਨਾਂ ਨੂੰ ਅਲਾਉ ਕੀਤਾ ਜਾਏ ਚੱਲਣ ਲਈ। ਉਹ ਵੀ ਨਹੀਂ ਫਿਰ ਪ੍ਰੋਟੈਸਟਰਸ ਮੰਨੇ, ਤੇ ਅੱਜ ਕੋਰਟ ਨੇ ਸਾਰੀ ਰਿਪੋਰਟ ਲੈ ਕੇ ਡਿਪਟੀ ਕਮਿਸ਼ਨਰ ਤੋਂ ਕਿ ਬਈ FIRs ਵੀ ਰਜਿਸਟਰਡ ਹੋਈਆਂ ਨੇ ਪ੍ਰੋਟੈਸਟਰਸ ਦੇ ਖਿਲਾਫ ਜਿਹੜੇ ਇਲੀਗਲ ਪ੍ਰੋਟੈਸਟ ਕਰਦੇ ਪਏ ਨੇ, ਤੇ ਫੈਕਟਰੀ ਵਾਲਿਆਂ ਨੇ ਵੀ ਫਿਰ ਦੁਬਾਰਾ ਵੋਲੰਟੀਅਰ ਕੀਤਾ ਕਿ ਸਾਨੂੰ ਕਿਸੇ ਚੀਜ਼ ਦੀ ਕੋਈ ਡਰ ਨਹੀਂ ਹੈਗਾ, ਵੀ ਆਰ ਨਾਟ ਕ੍ਰੀਏਟਿੰਗ ਐਨੀ ਕਾਈਂਡ ਆਫ ਪੋਲਿਊਸ਼ਨ। ਅਗਰ ਕੋਰਟ ਇੱਕ ਹੋਰ ਕਮੇਟੀ ਵੀ ਬਣਾਏਗੀ, ਆਪਾਂ ਉਹਦੇ ਅੱਗੇ ਵੀ ਜਾਣ ਲਈ ਤਿਆਰ ਹੈਗੇ ਹਾਂ ਕਿ ਕੋਈ ਪੋਲਿਊਸ਼ਨ ਜਿਹੜੀ ਹੈ ਫੈਕਟਰੀ ਨਹੀਂ ਕਰ ਰਹੀ। ਸੋ ਕੋਰਟ ਨੇ ਅੱਜ ਜਿਹੜੇ ਪ੍ਰੋਟੈਸਟਰਸ ਦੇ ਲੀਡਰ ਸੀ ਉਹਨਾਂ ਨੂੰ ਇਹ ਕਿਹਾ ਕਿ ਵੀ ਅਗਰ ਤੁਸੀਂ ਚਾਹੁੰਦੇ ਹੋ ਇਹ ਮਸਲਾ ਅੱਗੇ ਚੱਲੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਲਾਅ ਐਂਡ ਆਰਡਰ ਦੀ ਪਾਲਣਾ ਕਰਨੀ ਪਏਗੀ। ਤੁਹਾਨੂੰ ਜਿਹੜਾ ਤੁਸੀਂ ਇਲੀਗਲ ਪ੍ਰੋਟੈਸਟ ਕਰ ਰਹੇ ਹੋ ਤੁਹਾਨੂੰ ਉੱਥੋਂ ਨਿਕਲਣਾ ਪਏਗਾ, ਔਰ ਉਸ ਤੋਂ ਬਾਅਦ ਤੁਹਾਡੀ ਜਿਹੜਾ ਪੋਲਿਊਸ਼ਨ ਦਾ ਮਸਲਾ ਹੈ ਕੋਰਟ ਜ਼ਰੂਰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਸੌਰਟ ਆਊਟ ਕਰਨ ਦੀ ਕੋਸ਼ਿਸ਼ ਕਰੇਗੀ। ਭਾਵੇਂ ਇਹ ਜਿਹੜਾ ਪੋਲਿਊਸ਼ਨ ਹੈ ਫੈਕਟਰੀ ਨਹੀਂ ਚਲਾ ਰਹੀ, ਲੇਕਿਨ ਅਗਰ ਕੋਈ ਫੈਕਟਰੀ ਦੇ ਕਾਰਨ ਨਹੀਂ ਹੈਗਾ ਲੇਕਿਨ ਕਿਸੇ ਵੀ ਹੋਰ ਕਾਰਨ ਹੈ ਤਾਂ ਸਟੇਟ ਨੂੰ ਡਾਇਰੈਕਸ਼ਨ ਦਿੱਤੀਆਂ ਜਾ ਸਕਦੀਆਂ ਨੇ। ਬਟ ਤੁਹਾਡਾ ਜਿਹੜਾ ਪ੍ਰੋਟੈਸਟ ਕਰਨ ਦਾ ਤਰੀਕਾ ਹੈ ਔਰ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਤਰੀਕਾ ਹੈ ਬਿਲਕੁਲ ਗਲਤ ਹੈ। ਠੀਕ ਹੈ, ਤੇ ਹੁਣ ਸ਼ੁੱਕਰਵਾਰ ਤੱਕ ਜਿਹੜਾ ਹੈ ਅਸ਼ੋਰੈਂਸ ਦੇਣੀ ਹੈਗੀ ਹੈ ਕੋਰਟ ਨੂੰ ਕਿ ਕਦੋਂ ਧਰਨਾ ਉਠਾਇਆ ਜਾ ਰਿਹਾ, ਜਾਂ ਨਵੀਂ ਕਮੇਟੀ ਜਿਹੜੀ ਹੈਗੀ ਉਸ ਤੋਂ ਬਾਅਦ ਕੋਰਟ ਬਣਾਏਗੀ? ਜਿਹੜੀ ਹੁਣ ਲੀਡਰਸ ਨੂੰ ਵਕੀਲ ਸਾਹਿਬ ਜਿਹੜੇ ਰਿਪਰੈਜ਼ੈਂਟ ਕਰ ਰਹੇ ਨੇ ਉਹਨਾਂ ਨੂੰ ਕੋਰਟ ਨੇ ਕੈਟੇਗੋਰੀਕਲੀ ਕਿਹਾ ਹੈ ਕਿ ਬਈ ਤੁਸੀਂ ਹੁਣ ਸਭ ਕੁਝ ਕਲੀਅਰ ਹੈ, ਕੋਈ ਵੀ ਚੀਜ਼ ਇਲੀਗਲ ਨਹੀਂ ਚੱਲ ਰਹੀ, ਔਰ ਤੁਸੀਂ ਜਿਹੜਾ ਧਰਨਾ ਕਰ ਰਹੇ ਹੋ ਉਹ ਬਿਲਕੁਲ ਗੈਰ ਕਾਨੂੰਨੀ ਹੈ। ਤੁਸੀਂ ਪਹਿਲਾਂ ਕੋਰਟ ਨੂੰ ਅਸ਼ੋਰੈਂਸ ਕਰੋ ਕਿ ਤੁਸੀਂ ਕਿਸੇ ਦੀ ਜਾਨ ਜਾਂ ਮਾਲ ਨੂੰ ਨੁਕਸਾਨ ਨਹੀਂ ਪਹੁੰਚਾਓਗੇ, ਕਿਉਂਕਿ ਅੱਜ ਇਹ ਪਤਾ ਲੱਗਿਆ ਕਿ ਕੁਝ ਪੁਲਿਸ ਵਾਲੇ ਵੀ ਇੰਜਰਡ ਹੋਏ ਨੇ। ਪਤਾ ਇਹ ਲੱਗਿਆ ਕਿ ਕੱਲ ਸ਼ਾਇਦ ਕਿਸੇ ਅਨਫੋਰਚੂਨੇਟਲੀ ਕਿਸੇ ਪੁਲਿਸ ਵਾਲੇ ਦੀ ਜਿਹੜਾ ਉੱਥੇ ਆਪਣੀ ਡਿਊਟੀ ਕਰ ਰਿਹਾ ਸੀ, ਹੀ ਡਾਈਡ ਆਫ ਅ ਹਾਰਟ ਅਟੈਕ। ਸੋ ਦ ਥਿੰਗਸ ਆਰ ਵੈਰੀ ਸੀਰੀਅਸ। ਸੋ ਦ ਕੋਰਟ ਹੈਜ਼ ਸੈਡ ਦੈਟ ਯੂ ਡੂ ਨਾਟ ਵਾਇਲੇਟ ਲਾਅ ਐਂਡ ਆਰਡਰ। ਤੁਸੀਂ ਆ ਕੇ ਇੱਥੇ ਅਸ਼ੋਰੈਂਸ ਦਿਓ ਕਿ ਤੁਸੀਂ ਸਾਰੇ ਧਰਨੇ ਖਤਮ ਕਰੋਗੇ, ਸਾਰਾ ਇਹ ਜਿਹੜਾ ਤੁਸੀਂ ਧਰਨਾ ਲਾਇਆ ਹੈ ਔਰ ਇਹ ਜਿੰਨੀ ਵੀ ਇਲੀਗਲ ਐਕਟੀਵਿਟੀ ਹੈ ਖਤਮ ਕਰੋਗੇ। ਉਸ ਤੋਂ ਬਾਅਦ ਕੋਰਟ ਤੋਂ ਤੁਸੀਂ ਐਕਸਪੈਕਟ ਕਰੋ ਕਿ ਜੋ ਤੁਹਾਨੂੰ ਡਾਇਰੈਕਸ਼ਨ ਚਾਹੀਦੀ ਹੈ, ਵੈਦਰ ਅ ਫਰੈਸ਼ ਕਮੇਟੀ ਵਿਚ ਸੈਟਿਸਫਾਈਜ਼ ਯੂ, ਦ ਕੋਰਟ ਵਿਲ ਗ੍ਰਾਂਟ ਸਚ ਡਾਇਰੈਕਸ਼ਨਸ। ਸਰ, ਸਟੇਟ ਨੇ ਕੋਈ ਦਿੱਤਾ ਇਹਦੇ ਵਿੱਚ ਜਵਾਬ ਕਿ ਆਖਰਕਾਰ ਉੱਥੋਂ ਧਰਨਾ ਹਟਵਾਉਣਗੇ ਜਾਂ ਉੱਥੇ ਕੰਮਕਾਜ ਫੈਕਟਰੀ ਦਾ ਸ਼ੁਰੂ ਹੋ ਗਿਆ ਜਾਂ ਨਹੀਂ ਹੋ ਗਿਆ? ਸਟੇਟ ਨੇ ਐਫੀਡੇਵਿਟ ਜ਼ਰੂਰ ਦਿੱਤਾ ਹੈ ਕਿ ਉਹਨਾਂ ਨੇ ਪ੍ਰੋਟੈਸਟਰਸ ਦੇ ਖਿਲਾਫ ਜਿਹੜੇ ਗੈਰ ਕਾਨੂੰਨੀ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦੇ ਖਿਲਾਫ FIR ਵੀ ਰਜਿਸਟਰ ਕੀਤੀ ਹੈ, ਐਕਸ਼ਨ ਵੀ ਲਿਆ ਹੈ। ਨਾਲ ਜਿਹੜੇ ਪ੍ਰੋਟੈਸਟਰਸ ਇਲੀਗਲ ਪ੍ਰੋਟੈਸਟ ਕਰਦੇ ਨੇ ਉਹਨਾਂ ਦੀ ਲੈਂਡ ਦੀ ਡਿਟੇਲਸ ਵੀ ਦਿੱਤੀਆਂ ਨੇ, ਤਾਂ ਕਿ ਅਗਰ ਕੋਰਟ ਚਾਹੇ ਤਾਂ ਜਿਹੜੀ ਕੰਪਨਸੇਸ਼ਨ ਦੇਣੀ ਹੈ ਉਹਦੇ ਵਾਸਤੇ ਅਟੈਚਮੈਂਟ ਵੀ ਹੋ ਸਕੇ। ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਗੇਟ ਨੰਬਰ 1 ਥੋੜੀ ਪ੍ਰੋਬਲਮ ਹੈ, ਲੇਕਿਨ ਗੇਟ ਨੰਬਰ 2 ਤੋਂ ਫੁੱਲ ਆਪਰੇਸ਼ਨ
ਫੈਕਟਰੀ ਸ਼ੁਰੂ ਕਰ ਸਕਦੀ ਹੈ। ਕੰਟੈਂਪਟ ਕੰਟੈਂਪਟ ਨੋਟਿਸਿਸ ਦਾ ਹਜੇ ਜਵਾਬ ਨਹੀਂ ਦਿੱਤਾ ਕੰਸਰਨਡ ਆਫਿਸਰਸ ਨੇ। ਦੇ ਵਰ ਆਲ ਕਾਲ ਟੂ ਦ ਕੋਰਟ ਬਟ ਆਈ ਐਮ ਸ਼ੋਰ ਬਾਈ ਫਰਾਈਡੇ ਦੇ ਵਿਲ ਬੀ ਫਾਈਲਿੰਗ देयर ਰਿਪਲਾਈਜ਼। ਠੀਕ ਹੈ ਥੈਂਕ ਯੂ।